सतनाम श्री वाहेगुरु साहिब जी। दंडौत बंदन अनक बार, सर्ब कला समर्थ डोलन ते राखहो प्रभु, नानक दे कर हथ। पूरा प्रभ आराध्या पूरा जाका नाओ, नानक पूरा पाया पूरे के गुण गाओ। कहाँ बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप ले हो तुम कथा सुधारी। हम न सकत कर सिफत तुम्हारी, आप ले हो तुम कथा सुधारी। परम सन्मानयोग गुरु प्यारी गुरु सवारी सतगुरु महाराज जियां दा खास स्वरूप सरबत ही सत संगत जीओ। सतगुरु महाराज जी दे पावन चरण कमलां दे विच हाजरी लवाउंदे सरबत ही सत संगत माई भाई गुरफतेह दी सांझ पाईए। गज वज के फतेह बुलाओ जी। वाहिगुरु जी का खालसा वाहिगुरु जी की फतेह। सतगुरु महाराज जी दी महान बख्शिश सतगुरु महाराज जी दी मेहर सदका जो असीं श्लोक सहस्कृति दी संथ्या और विचार कर रहे हैं। धन धन गुरु नानक पातशाह जियां दे 4 श्लोक और धन धन गुरु अर्जुन दे पातशाह जियां दे 10 श्लोक इन्हां दी असीं संथ्या भी कर लई आ और इन्हां दी असीं विचार भी कर लई आ। विचों 1-2 दिन समागम दे समय विचार नहीं हो सकी, ना ही असीं संथ्या कीती आ। हुण सतगुरु महाराज जी किरपा करके 11 तो लैके 15 तक धन धन गुरु अर्जुन देव पातशाह जियां दे जिहड़े 5 श्लोक ने जिन्हां दी असीं संथ्या करनी अज सतगुरु जी किरपा करके विचार भी करवाउणगे। विद्यार्थियों का एक पॉइंट आया सी, एक उन्हां वल्लों कहंदे कि उस्ताद जी बेनती आ कि जिहड़ी विचार हुंदी 5 श्लोकां दी बड़ी लंबी हो जांदी, घंटे तो उपर हुण तक 3 विचारां होईयां ने ते तिन्ने ही घंटे तो उपर ने। सो कहंदे साडे कोल इन्ना समां नहीं हुंदा, किरपा करके अद्धा घंटा जां पौना घंटा विचार करिया करो। सो आपां कोशिश करांगे कि तकरीबन अद्धा घंटा 25 मिनट जां 35 मिनट इन्नी कु विचार होवे तां कि असीं जिहड़ी आ इह विचार आसानी नाल सुण भी सकीए, नाल नाल अपनी संथ्या कर लईए और नाल नाल संथ्या नूं 40-50 वार पढ़ के इस नूं पका भी लईए। धन धन गुरु अर्जुन देव पातशाह जी कांसीपुरी तो आए हुए जिहड़े पंडित हरीलाल कृष्ण लाल सन, उन्हां नूं उपदेश देंदे होए सतगुरु गुरु अर्जन देव पातशाह जी किरपा कर रहे ने। अगले 11वें श्लोक दे विच सतगुरां ने किरपा कीती कि
ਜਿਹੜਾ ਆਪਾਂ ਪਿਛਲਾ 15 ਨੰਬਰ 10 ਨੰਬਰ ਸ਼ਲੋਕ ਆਪਾਂ ਸਰਵਣ ਕੀਤਾ, ਉਹਦੇ ਵਿੱਚ ਸਤਿਗੁਰਾਂ ਨੇ ਕਿਰਪਾ ਕਰਕੇ ਸਮਝਾਉਣਾ ਕੀਤਾ ਸੀ ਕਿ ਨਹਿ ਬਲੰਬ ਧਰਮੰ ਬਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ, ਕਿ ਜਿਹੜਾ ਧਰਮ ਦਾ ਕੰਮ ਆ ਉਹਨੂੰ ਕਰਨ ਲੱਗਿਆਂ ਕਦੇ ਵੀ ਦੇਰ ਨਹੀਂ ਲਾਉਣੀ ਚਾਹੀਦੀ। ਕਿ ਜਿਹੜਾ ਕੋਈ ਐਸਾ ਕੰਮ ਹੈ ਜਿਹੜਾ ਸਾਨੂੰ ਲੱਗਦਾ ਕਿ ਇਹ ਪਾਪ ਦਾ ਕੰਮ ਹੋਵੇਗਾ, ਜੇ ਕੋਈ ਐਸਾ ਕਰਮ ਹੈ ਕਿ ਜਿਸ ਨੂੰ ਸਾਡੇ ਸਤਿਗੁਰਾਂ ਵੱਲੋਂ ਵਰਜਿਆ ਰੋਕਿਆ ਗਿਆ, ਉਹਨੂੰ ਕਰਨ ਲੱਗੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ 100 ਵਾਰ ਸੋਚ ਲੈਣਾ ਚਾਹੀਦਾ। ਕਿਉਂਕਿ ਜਿਹੜਾ ਧਰਮ ਕੰਮ ਆ, ਜਿਹੜਾ ਧਰਮ ਦਾ ਕਾਰਜ ਆ, ਜਿਹੜਾ ਧਰਮ ਦੇ ਨਿਮਿਤ ਕੰਮ ਆ, ਉਸ ਨੂੰ ਜਲਦੀ ਤੋਂ ਜਲਦੀ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਸੀ ਕਿ ਕਰ ਲੈਣਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਨੇ 10 ਗੁਣ ਧਰਮ ਦੇ ਦੱਸੇ ਨੇ ਕਿ ਖਿਮਾ ਕਰਨੀ, ਅਹਿੰਸਾ ਤੋਂ ਰਹਿਤ, ਭਾਵ ਅਹਿੰਸਾ ਕਰਨੀ, ਹਿੰਸਾ ਨਹੀਂ ਕਰਨੀ, ਦਇਆ ਕਰਨੀ। ਉਸ ਤੋਂ ਬਾਅਦ ਵਿੱਚ ਇਸੇ ਤਰੀਕੇ ਨਾਲ ਕੋਮਲ ਬਚਨ ਬੋਲਣੇ, ਤਪ ਕਰਨਾ, ਦਾਨ ਕਰਨਾ, ਸੀਲ ਔਰ ਨਰਮ ਸੁਭਾਅ ਰੱਖਣਾ, ਸੌਚ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਤੋਂ ਬਿਨਾਂ, ਹੰਕਾਰ ਤੋਂ ਬਿਨਾਂ। ਇਹ ਜਿਹੜੇ 10 ਜਿਹੜੇ ਇਹ ਧਰਮ ਦੇ ਚਿੰਨ੍ਹ ਕਹਿ ਲਈਏ ਜਾਂ ਧਰਮ ਦੇ ਗੁਣ ਕਹਿ ਲਈਏ। ਜਦ ਇਹ ਬਚਨ ਹਰੀ ਲਾਲ ਕ੍ਰਿਸ਼ਨ ਲਾਲ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਏ, ਇਹਨਾਂ ਨੇ ਆਖਿਆ ਹੁਣ ਮਹਾਰਾਜ ਜੀ ਕਿਰਪਾ ਕਰਕੇ ਕਿਰਪਾ ਕਰੋ, ਬਖਸ਼ਿਸ਼ ਕਰੋ ਕਿ ਇਹ ਜਿਹੜਾ ਜੀਵ ਹੈ ਇਸ ਦੀ ਮੁਕਤੀ ਕਿਵੇਂ ਹੋਵੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਗਲਾ ਜਿਹੜਾ 11ਵਾਂ ਸ਼ਲੋਕ ਆ ਉਸ ਦੇ ਵਿੱਚ ਕਿਰਪਾ ਕਰ ਰਹੇ ਨੇ। ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬੰਤਾ ਵਿਨੋਦ ਸਾਹੰ। ਮਿਰਤ ਮੋਹੰ, ਮਿਰਤ ਜਿਹੜੇ ਨਾਸਵੰਦ ਪਦਾਰਥ ਨੇ, ਜਿਹੜੇ ਇਸ ਦੁਨੀਆ ਦੇ ਵਿੱਚ ਇੱਥੇ ਹੀ ਰਹਿ ਜਾਣੇ ਨੇ। ਕਈ ਵਾਰ ਆਪਾਂ ਦੇਖਦੇ ਹਾਂ, ਜੇ ਚੰਗੀ ਤਰ੍ਹਾਂ ਸਤ ਸੰਗਤ ਦੇ ਵਿੱਚ ਬੈਠ ਕੇ ਜਾਂ ਗੁਰਬਾਣੀ ਪੜ੍ਹ ਕੇ ਜਾਂ ਸਿਮਰਨ ਕਰਕੇ ਵਿਚਾਰ ਕਰੀਏ, ਇਹ ਜਿੰਨੇ ਵੀ ਦੁਨੀਆ ਦੇ ਪਦਾਰਥ ਨੇ, ਭਾਵੇਂ ਉਹ ਮਾਇਆ, ਭਾਵੇਂ ਉਹ ਧਨ ਦੌਲਤ ਆ, ਭਾਵੇਂ ਉਹ ਦੁਨੀਆ ਦਾ ਕੋਈ ਰੁਤਬਾ ਅਹੁਦਾ ਕਹਿ ਲਈਏ ਜਾਂ ਕੋਈ ਸਾਡੀ ਨੌਕਰੀ ਕਹਿ ਲਈਏ, ਕੁਝ ਵੀ ਐਸਾ ਪਦਾਰਥ ਜਿਹੜਾ ਹੈ ਜਿਹੜਾ ਸਾਨੂੰ ਦੁਨੀਆ ਦੇ ਵਿੱਚ ਮਿਲਿਆ, ਜੇ ਚੰਗੀ ਤਰ੍ਹਾਂ ਠੰਡੇ ਦਿਮਾਗ ਨਾਲ ਸੋਚ ਕੇ ਵੇਖੀਏ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਕਿਉਂਕਿ ਪਰਮਾਤਮਾ ਦਾ ਜਦ ਸੱਦਾ ਆਉਣਾ, ਜਦ ਉਹਦਾ ਆਵਾਜ਼ਾ ਆਉਣਾ, ਉਦੋਂ ਤੇ ਇਹ ਜਿਹੜਾ ਸਰੀਰ ਆ, ਸਰੀਰ ਵੀ ਨਾਲ ਨਹੀਂ ਜਾਣਾ। ਇਹ ਜਿਹੜਾ ਸਰੀਰ ਆ, ਇਹ ਸਰੀਰ ਨੇ ਵੀ ਜਿਹੜਾ ਇੱਥੇ ਰਹਿ ਜਾਣਾ। ਇਸ ਕਰਕੇ ਇਹ ਜਿੰਨੇ ਵੀ ਨਾਸਵੰਦ ਪਦਾਰਥ ਨੇ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਕੇ ਸਮਝਾ ਰਹੇ ਨੇ। ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬੰਤਾ ਵਿਨੋਦ ਸਾਹੰ। ਮਿਰਤ ਮੋਹੰ ਅਲਪ ਬੁੱਧਿਅੰ, ਅਲਪ ਹੁੰਦੀ ਆ ਥੋੜੀ ਅਕਲ, ਥੋੜੀ ਭਾਵ ਕਿ ਬਹੁਤ ਜ਼ਿਆਦਾ ਘੱਟ ਸੋਚਣ ਸ਼ਕਤੀ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ ਮਿਰਤ ਲੋਕ ਦੇ ਨਾਸਵੰਦ ਜਿਹੜੇ ਪਦਾਰਥ ਨੇ, ਇਹ ਜਿਹੜਾ ਜੀਵ ਆ ਥੋੜੀ ਮੱਤ ਵਾਲਾ, ਹੋਛੀ ਬੁੱਧੀ ਵਾਲਾ, ਇਹ ਬਸ ਇਹਨਾਂ ਦੇ ਰੰਗਾਂ ਤਮਾਸ਼ਿਆਂ ਵਿੱਚ ਹੀ ਲੱਗਾ ਹੋਇਆ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਕਦੇ ਰੱਜ ਸਕਦੀਆਂ, ਕੰਨ ਨਾ ਰੱਜਿਆ ਜਿਹੜਾ ਹੈ ਉਹ ਰਾਗ ਸੁਣ ਕੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਇਸ ਕਰਕੇ ਇਹ ਜਿਹੜੇ ਇੱਥੋਂ ਦੁਨੀਆ ਦੇ ਰੰਗ ਤਮਾਸ਼ੇ ਨੇ, ਇਹ ਤਾਂ ਇੱਥੇ ਹੀ ਰਹਿ ਜਾਣੇ ਨੇ। ਇਹ ਦੁਨੀਆ ਦੇ ਜਿਹੜੇ ਕੋਈ ਰੁਤਬੇ ਕਹਿ ਲਈਏ ਜਾਂ ਕੋਈ ਦੁਨੀਆ ਦੇ ਵਿੱਚ ਸਾਨੂੰ ਕੁਝ ਇਹ ਜਿੰਨਾ ਵੀ ਨਾਸਵੰਦ ਪਦਾਰਥ ਆ, ਜਿਨ੍ਹਾਂ ਦੇ ਨਾਲ ਅਸੀਂ ਮੋਹ ਮਾਇਆ ਕਰਦੇ ਹਾਂ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਇੱਥੇ ਰਹਿ ਜਾਣਾ। ਰਚੰਤ ਬਨਤਾ ਵਿਨੋਦ ਸਾਹੰ। ਬਨਤਾ ਕਹਿ ਲਈਏ ਕਿ ਇਸਤਰੀ, ਖਾਸ ਕਰਕੇ ਜਿਹੜੇ ਐਸੇ ਲੋਕ ਹੁੰਦੇ ਨੇ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ, ਉਹ ਸਾਰੀ ਉਮਰ ਜਿਹੜਾ ਹੈ ਉਹ ਇਸਤਰੀ ਦੇ ਕਲੋਲ ਵੇਖ ਕੇ, ਭਾਵ ਕਿ ਕਦੇ ਉਹ ਫਿਲਮਾਂ ਵੇਖਣ ਦੇ ਵਿੱਚ, ਕਦੇ ਉਹ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਰਾਸ ਧਾਰੀਏ ਰਾਸ ਪਾਉਂਦੇ ਸਨ, ਜਾਂ ਕੋਈ ਇਸਤਰੀਆਂ ਨੱਚਦੀਆਂ ਵਗੈਰਾ ਨੇ, ਉਹਨਾਂ ਦੇ ਜਿਹੜਾ ਹੈ ਕਲੋਲ ਜਾਂ ਕਹਿ ਲਈਏ, ਜਾਂ ਉਹਨਾਂ ਨੂੰ ਵੇਖਣ ਵਿੱਚ ਹੀ ਸਮਾਂ ਖਰਾਬ ਕਰ ਦਿੰਦੇ ਨੇ। ਜਾਂ ਫਿਰ ਇਉਂ ਕਹਿ ਲਈਏ ਕਿ ਘਰ ਵਾਲੀ ਇਸਤਰੀ ਜਿਹੜੀ ਆ ਸਾਰੀ ਉਮਰ ਜਿਹੜਾ ਹੈ ਉਹ ਉਹਦੇ ਨਾਲ ਹੀ ਲਗਾਵ ਰੱਖਣਾ, ਭਾਵ ਕਿ ਹੋਰ ਕੋਈ ਦੇਸ਼ ਦੁਨੀਆ ਦੀ ਸੋਝੀ ਨਾ ਰੱਖਣੀ।
इस करके सतगुरु महाराज कृपा कर रहे ने। मिरत मोहन अल्प बुद्धियं, ये मिरत लोक दे ये जिहड़े इत्थों दे पदार्थ ने, घट बुद्धि वाला अल्प मत वाला जिहड़ा जीव आ, होशी मत वाला जीव, रचंत बनता जिहड़ी इस्तरी आ, ओहदे हाव भाव ओहदे कलोलां वल वेख के जिहड़ा मस्त रहिंदा, विनोद साहन ते ओह इसे तरीके दे नाल जिहड़ा जीव आ ये रचिया रहिंदा इन्हां कम्मां दे विच। अगे सतगुरु महाराज कृपा कर रहे ने। जौबन बहिक्रम, जौबन दसिया सी कि जज्जे नूं कनौड़ा ला के, बहिक्रम दसिया सी कि बब्बा अलग करना, हिक्रम अलग करना। बहिक्रम कनक कुंडल है। जौबन कह लीए जवानी, बहिक्रम कह लीए अवस्था जां बल। जवानी जद आउंदी आ, जद मनुख जवान हुंदा, जद तरन अवस्था आउंदी आ, उदों फिर जोबन दे मान दे विच, उदों जोबन दे बल दे विच जिहड़ा है, जिहड़ा भी कोई मनुख होवे, इस्तरी होवे जां पुरुष होवे, ਉਹ फिर जवानी दे विच मस्त रहिंदे ने। क्योंकि हंकार दे विच भी मस्त रहिंदे ने, माया दे विच भी चूर चूर होए रहिंदे ने। पर कई जिहड़े आ ਉਹ अपनी जवानी, अपने जोबन दे जिहड़ा है सरूर विच कह लीए जां मान विच कह लीए, ਉਹ मस्त रहिंदे ने। इस करके गुरु अर्जन देव पातशाह जी कृपा करके समझा रहे ने, जौबन बहिक्रम कनिक कुंडल है। जद फिर जवानी दी आउंदी आ ना, रुत कह लीए जां जवानी दी अवस्था कह लीए, उदों फिर खास करके साडे जिहड़े मुंडे हुंदे ने साडे, ਉਹ कनक कुंडल है। सोने दे जिहड़े कुंडल ने, ਉਹ वैसे तां पुरातन समय दे च राजे महाराजे पाउंदे हुंदे सन, ਉਹ ਉਹਨਾਂ ਦੇ शौक सन। पर अजकल देखो तकरीबन 70% साडे पंजाब दे लड़के ने जिहड़े, ਉਹ सिक्खी तो पतत हो गए ने। सिक्खी तो पतत हो के ਕੰਨਾਂ ਦੇ ਵਿੱਚ ਜਿਹੜਾ ਉਹ ਵਾਲੀਆਂ ਪਾ ਲਈਆਂ, ਮੁੰਦਰਾਂ ਪਾ ਲਈਆਂ, ਆਪਣੇ ਆਪ ਨੂੰ ਜਿਹੜਾ ਉਹ ਇਉਂ ਕਹਿੰਦੇ ਨੇ ਕਿ ਇਹ ਸਾਡਾ ਸ਼ੌਕ ਆ, ਇਹ ਸਾਡਾ ਜਿਹੜਾ ਹੈ ਇਹ ਸੁਭਾਅ ਆ। ਪਰ ਅਸਲ ਵਿੱਚ ਜਿਹੜਾ ਹੈ ਉਹ ਲੇਡੀਜ਼ ਵਾਲੇ ਕੰਮ, ਭੈਣਾਂ ਵੀ ਜਿਹੜੀਆਂ ਨੇ 10-10 ਥਾਵਾਂ ਤੋਂ ਕੰਨ ਵਿੰਨੇ ਹੁੰਦੇ ਨੇ, ਨੱਕ ਵਿੰਨੇ ਹੁੰਦੇ ਨੇ। ਸੋ ਇਸ ਕਰਕੇ ਇਹ ਜਿਹੜਾ ਜਵਾਨੀ ਦੀ ਜਿਹੜੀ ਆ अवस्था कह लीए, जवानी अवस्था दे विच जिहड़े खास करके साडे वीर ने, साडे काके ने, साडे बच्चे ने, ये जवानी दे विच जद जवानी दी अवस्था आउंदी फिर देश दुनिया नूं भुल जांदे ने, परमात्मा दा नाम भुल जांदे ने। किस तरह हुण वेखीदा सिर तो गुरु घरां विच मत्था टेकण भी जांदे ने ते सिरां तो नंगे वाल खड़े कीते हुंदे ने, कोई जैल ला के, कोई किस तरह। इस करके कन्नां दे विच मुंदरां पाईआं हुंदियां ने। जे गुरु घरां दे विच यात्रा करन वास्ते जांदे ने, कई बार होला महल्ला आनंदपुर साहिब जां बाबा बकाला साहिब रखड़ी दा मेला जां गोइंदवाल साहब दा मेला, कोई भी बाबा बुढ़ा साहब, कोई भी किते जोड़ मेला लगा होवे, कोई भी किते सत संगत होवे, जांदे ने मोटरसाइकलां दे जिहड़ा है ओह हाਰਨ मारदे लोकां नूं डिस्टर्ब करदे ने। डीजे लगाया हुंदा उन्हां ने ट्रालियां दे विच। ਉਹ ਗੁਰੂ ਮਹਾਰਾਜ ਦੇ ਅਸਲ ਵਿੱਚ ਦਰਸ਼ਨ ਕਰਨ ਵਾਸਤੇ ਨਹੀਂ ਜਾਂਦੇ, ਅਸਲ ਵਿੱਚ ਆਪਣੀ ਮौज ਮਸਤੀ ਕਰਨ ਵਾਸਤੇ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਜਵਾਨੀ ਦੀ ਜਿਹੜੀ ਆ ਅਵਸਥਾ ਹੁੰਦੀ ਆ, ਜਦ ਇਹ ਜਵਾਨ ਹੁੰਦਾ ਮਨੁੱਖ ਜਾਂ ਇਸਤਰੀ, ਫਿਰ ਜਿਹੜਾ ਹੈ ਇਹ ਉਸ ਨੂੰ ਰੱਬ ਦਾ ਨਾਮ ਜਾਂ ਇਉਂ ਕਹਿ ਲਈਏ ਕਿ ਜਿਹੜਾ ਸਤ ਸੰਗਤ ਦੇ ਵਿੱਚ ਜਾਣਾ ਉਹ ਵੀ ਭੁੱਲ ਜਾਂਦਾ, ਕਿਉਂਕਿ ਉਹ ਆਪਣੀ ਜਵਾਨੀ ਦੀ ਜਿਹੜੀ ਆ ਅਵਸਥਾ ਜਾਂ ਜਵਾਨੀ ਦੇ ਜਿਹੜਾ ਹੈ ਮਾਣ ਦੇ ਵਿੱਚ ਉਹ ਮਸਤ ਹੋਏ ਰਹਿੰਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾ ਰਹੇ ਨੇ, ਜੌਬਨ ਬਹਿਕਰਮ ਕਨਕ ਕੁੰਡਲ ਹੈ, ਤੇ ਕੰਨਾਂ ਦੇ ਵਿੱਚ ਜਿਹੜਾ ਉਹ ਸੋਨੇ ਦੇ ਵਾਲੇ ਕਹਿ ਲਈਏ, ਤੁੰਗਲ ਕਹਿ ਲਈਏ, ਜਾਂ ਹੋਰ ਵੀ ਮੁਰਕੀਆਂ ਵਗੈਰਾ ਜੋ ਵੀ ਕਹਿੰਦੇ ਨੇ ਉਹ ਪਾ ਲੈਂਦੇ ਨੇ। ਬਚਿੱਤਰ ਮੰਦਰ ਸੁਭੰਤ ਬਸਤਰਾ ਇਤਿਅੰਤ ਮਾਇਆ ਵਿਆਪਤਨ। ਬਚਿੱਤਰ ਮੰਦਰ, ਬਚਿੱਤਰ ਕਹਿ ਲਈਏ ਕਿਸਮ ਕਿਸਮ ਦੇ ਨਾਨਾ ਪ੍ਰਕਾਰ ਦੇ, ਜਾਂ ਬਚਿੱਤਰ ਕਹਿੰਦੇ ਨੇ, ਵਿਚਿੱਤਰ ਕਹਿ ਦਿੰਦੇ ਨੇ, ਅਲੱਗ ਥਲੱਗ ਵੀ ਕਹਿ ਦਿੰਦੇ ਨੇ ਜਿਸ ਦੀ ਵੇਸ਼ਭੂਸ਼ਾ ਹੋਵੇ। ਇਸ ਕਰਕੇ ਨਾਨਾ ਪ੍ਰਕਾਰ ਦੇ ਜਾਂ ਕਿਸਮ ਕਿਸਮ ਦੇ ਜਾਂ ਅਲੱਗ ਥਲੱਗ ਜਿਹੜੇ ਆ ਮੰਦਰ, ਮੰਦਰ ਕਹਿ ਲਈਏ ਘਰ। ਫਿਰ ਜਵਾਨੀ ਦੀ ਜਦ ਇਹ ਜਿਹੜੀ ਆ ਅਵਸਥਾ ਆਉਂਦੀ ਆ, ਜਾਂ ਵੈਸੇ ਵੀ ਜਿਹੜਾ ਮਨੁੱਖ ਆ
ਤਰ੍ਹਾਂ ਤਰ੍ਹਾਂ ਦੇ ਘਰ ਅੱਜ ਜ਼ੋਰ ਲੱਗਿਆ ਕਿ ਗੁਆਂਢੀਆਂ ਦੀ ਕੋਠੀ ਵੱਡੀ ਪਈ ਆ, ਸਾਡੀ ਅਗਲੇ ਸਾਲ ਇਹਦੇ ਨਾਲੋਂ ਵੀ ਵੱਡੀ ਹੋਵੇ। ਗੁਆਂਢੀਆਂ ਦੀ ਗੱਡੀ ਵੱਡੀ ਆ, ਸਾਡੀ ਅਗਲੇ ਸਾਲ ਇਹਦੇ ਨਾਲੋਂ ਵੱਡੀ ਹੋਵੇ। ਗੁਆਂਢੀਆਂ ਨੇ ਆਹ ਚੀਜ਼ ਲੈ ਲਈ ਆ, ਅਸੀਂ ਵੀ ਲੈ ਲਈਏ। ਇਸ ਕਰਕੇ ਇੱਕ ਦੂਜੇ ਦੇ ਨਾਲ ਜਿਹੜਾ ਅਸੀਂ ਆਪਣਾ ਜਿਹੜਾ ਹੈ ਦੂਜੇ ਨਾਲ ਮੁਕਾਬਲਾ ਕਰਦੇ ਕਰਦੇ ਕਈ ਜ਼ਮੀਨ ਵੇਚ ਲੈਂਦੇ ਨੇ, ਕਈ ਕੁਝ ਕਰ ਲੈਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਤਰ੍ਹਾਂ ਤਰ੍ਹਾਂ ਦੇ ਘਰ, ਤਰ੍ਹਾਂ ਤਰ੍ਹਾਂ ਦੇ ਮੰਦਰ, ਸੁਭੰਤ ਬਸਤਰਾ ਤੇ ਬਸਤਰ ਜਿਹੜੇ ਕੱਪੜੇ ਹੁੰਦੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਕੱਪੜੇ, ਕਿਉਂਕਿ ਜਦ ਇਹ ਅਵਸਥਾ ਆਉਂਦੀ ਆ ਜਵਾਨੀ ਦੀ ਜਾਂ ਵੈਸੇ ਵੀ ਕੋਈ ਅਵਸਥਾ ਆਉਂਦੀ ਆ ਫਿਰ ਤਰ੍ਹਾਂ ਤਰ੍ਹਾਂ ਦੇ ਬਹੁਤ ਜ਼ਿਆਦਾ ਅੱਜ ਵੇਖੀਦਾ ਹੀ ਆ ਕਿ ਜਿਹੜੇ ਖਾਸ ਕਰਕੇ ਸਾਡੇ ਪ੍ਰਚਾਰਕ ਜਾਂ ਕਈ ਨੇ ਉਹ ਸਾਰਾ ਜ਼ੋਰ ਆਪਣੇ ਕੱਪੜੇ ਪਾਉਣ ਤੇ ਹੀ ਲਾ ਦਿੰਦੇ ਨੇ। ਉਹਨਾਂ ਦੇ ਕਈ ਹਜ਼ਾਰ ਦੇ ਮਹਿੰਗੇ ਸੂਟ, ਕਈ ਹਜ਼ਾਰ ਦੇ ਉਹਨਾਂ ਦੇ ਜਿਹੜਾ ਜੁੱਤੇ, ਉਹਨਾਂ ਦੇ ਬੂਟ। ਕਈ ਸਾਡੇ ਵਿਚਾਰਵਾਨ ਜਿਹੜੇ ਕਥਾਵਾਚਕ ਹੁੰਦੇ ਨੇ ਉਹ ਪੱਗਾਂ ਹੀ ਬੜੀਆਂ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬੰਨ੍ਹਦੇ ਨੇ, ਉਹ ਇੱਕ ਇੱਕ ਪੇਜ ਕਰਕੇ ਸਾਰਾ ਜ਼ੋਰ ਪੱਗ ਬੰਨ੍ਹਣ ਤੇ ਲਾ ਦਿੰਦੇ ਨੇ। ਮੈਂ ਕੋਈ ਦਸਤਾਰ ਬੰਨ੍ਹਣ ਦਾ ਵਿਰੋਧ ਨਹੀਂ ਕਰ ਰਿਹਾ, ਪਰ ਜਿੰਨਾ ਅਸੀਂ ਸਜਾ ਕੇ ਆਪਣੀ ਦਸਤਾਰ ਸਜਾਉਂਦੇ ਆ, ਜਿੰਨਾ ਅਸੀਂ ਆਪਣੇ ਚਿੱਟੇ ਵਸਤਰ ਪਾਉਂਦੇ ਆ, ਜਿੰਨਾ ਅਸੀਂ ਚਮਕੀਲੇ ਔਰ ਭੜਕੀਲੇ ਵਸਤਰ ਪਾਉਣ ਤੇ ਜ਼ੋਰ ਲਾਉਂਦੇ ਆ, ਇੰਨਾ ਸਾਡੇ ਅੰਦਰ ਜਿਹੜਾ ਹੈ ਉਹ ਗੁਰਬਾਣੀ ਵੀ ਹੋਣੀ ਚਾਹੀਦੀ ਆ। ਪਰ ਗੁਰਬਾਣੀ ਸਾਡੇ ਅੰਦਰ ਹੈ ਨਹੀਂ, ਅੰਦਰ ਸਿਮਰਨ ਭਜਨ ਬੰਦਗੀ ਹੈ ਨਹੀਂ, ਬਾਹਰ ਦਾ ਵਿਖਾਵਾ ਜਿਹੜਾ ਹੈ ਉਹ ਜ਼ਿਆਦਾ ਰਹਿ ਗਿਆ। ਇਸ ਕਰਕੇ ਜਿਹੜਾ ਲੋਕ ਵਿਖਾਵਾ ਕਰਨਾ, ਜਿਹੜਾ ਵਸਤਰ ਪਾਉਣ ਤੇ ਜ਼ੋਰ ਦੇਣਾ, ਇਹ ਜਿਹੜਾ ਕਈ ਹਜ਼ਾਰ ਕਈ ਲੱਖ ਆਪਣੇ ਕੱਪੜੇ ਬਣਾਉਣ ਤੇ ਜਾਂ ਆਪਣੇ ਘਰ ਮੰਦਰ ਬਣਾਉਣ ਤੇ ਲਗਾ ਦੇਣਾ, ਇਹ ਤੇ ਅੰਤ ਮਾਇਆ ਵਿਆਪਤੰ। ਤੇ ਇਹ ਜਿਹੜਾ ਮਾਇਆ ਦਾ ਜ਼ੋਰ ਵਿਖਾਉਣਾ, ਮਾਇਆ ਆਪਣਾ ਪ੍ਰਭਾਵ ਦਿਖਾਉਂਦੀ ਆ ਜਾਂ ਇਹ ਦੱਸਣਾ ਕਿ ਮੇਰੇ ਕੋਲ ਮਾਇਆ ਬੜੀ ਆ, ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਅੱਗੇ ਸਤਿਗੁਰੂ ਜੀ ਕਿਰਪਾ ਕਰੇ, ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨ ਏ ਨਮਹਿ। ਭਾਵੇਂ ਜੋ ਮਰਜ਼ੀ ਕਰ ਲਈਏ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਲਈਏ, ਤਰ੍ਹਾਂ ਤਰ੍ਹਾਂ ਦੇ ਇਹ ਜਿਹੜੇ ਹੈਗੇ ਆ ਇਹ ਗੁਣ ਜਿਹੜੇ ਕਹਿ ਲਈਏ, ਜਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਇਹ ਗਹਿਣੇ ਪਾ ਲਈਏ, ਕਿਉਂਕਿ ਇਹ ਜਿਹੜੀ ਜੋਬਨ ਅਵਸਥਾ, ਜਿਹੜੀ ਜਵਾਨੀ ਦੀ ਅਵਸਥਾ ਵਾ, ਇਹ ਕੋਈ ਪੱਕੀ ਨਹੀਂ ਰਹਿਣੀ। ਜਿਸ ਤਰ੍ਹਾਂ ਬਚਪਨ ਨੂੰ ਜਿਹੜਾ ਹੈ ਉਹ ਜਵਾਨੀ ਦੇ ਵਿੱਚ ਤਬਦੀਲ ਕਰ ਦਿੱਤਾ, ਤੇ ਜਵਾਨੀ ਜਦ ਕੁਝ ਸਾਲ ਹੋਵੇਗੀ ਫਿਰ ਤੇ ਜਰ ਆਈ ਜੋਬਨ ਹਾਰਿਆ, ਇੱਕ ਦਿਨ ਤਾਂ ਜੋਬਨ ਹਾਰ ਹੀ ਜਾਵੇਗਾ ਨਾ। ਅਸੀਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਬਚਨ, ਜੋ ਜਾਨਾ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ, ਆਪਸ ਕਉ ਕਰਮ ਮੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਜਿਹੜਾ ਆਪਣੇ ਆਪ ਨੂੰ ਜੋਬਨਵੰਤ ਕਹਿੰਦਾ, ਜਿਹੜਾ ਆਪਣੇ ਆਪ ਨੂੰ ਜਿਹੜਾ ਜਵਾਨੀ ਦਾ ਹੰਕਾਰ ਕਰਦਾ, ਮਾਣ ਕਰਦਾ, ਸਤਿਗੁਰੂ ਮਹਾਰਾਜ ਕਹਿੰਦੇ ਉਹ ਗੰਦਗੀ ਦਾ ਕੀੜਾ। ਸਤਿਗੁਰਾਂ ਦੇ ਹੋਰ ਬਚਨ ਆਉਂਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਨੇ ਕਿ ਅਤ ਸੁੰਦਰ, ਬਹੁਤ ਜ਼ਿਆਦਾ ਸੁੰਦਰ ਹੋਵੇ, ਜਵਾਨ ਹੋਵੇ, ਅਤ ਸੁੰਦਰ, ਕੁਲੀਨ ਬੜੀ ਉੱਚੀ ਕੁੱਲ ਦਾ ਹੋਵੇ, ਚਤਰ ਬੜਾ ਚਤਰ ਹੋਵੇ, ਬੜਾ ਗਿਆਨੀ ਹੋਵੇ। ਜਿਹੜਾ ਚਤਰ ਹੋਵੇ, ਮੁਖ ਗਿਆਨੀ ਬੜਾ ਗਿਆਨੀ ਹੋਵੇ, ਧਨਵੰਤ ਤੇ ਧਨ ਪਦਾਰਥ ਦੀ ਕੋਈ ਥੋੜ ਨਾ ਹੋਵੇ, ਪਤਾ ਨਹੀਂ ਕਿੰਨੇ ਕਰੋੜ ਦਾ ਮਾਲਕ ਹੋਵੇ। ਗੁਰੂ ਮਹਾਰਾਜ ਜੀ ਕਹਿ ਰਹੇ ਨੇ ਭਾਵੇਂ ਇੰਨਾ ਕੁਝ ਹੋਵੇ, ਪਰ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਉਹਨੂੰ ਮਿਰਤਕ ਸਮਝਣਾ ਚਾਹੀਦਾ, ਉਹਨੂੰ ਮਰਿਆ ਹੋਇਆ ਸਮਝਣਾ ਚਾਹੀਦਾ, ਜਿਹਦਾ ਪ੍ਰਮਾਤਮਾ ਦੇ ਨਾਲ ਜਿਹੜਾ ਹੈ ਉਹ ਪਿਆਰ ਨਹੀਂ ਆ, ਜਿਹੜਾ ਪ੍ਰਮਾਤਮਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸਤਿਗੁਰਾਂ ਨੇ ਜਦ ਪਾਣੀ ਦਾ ਮੰਗਿਆ ਸੀ ਨਾ, ਗਲਾਸ ਕਹਿ ਲਈਏ ਜਾਂ ਪਾਣੀ ਦਾ ਕੌਲਾ ਲੈ ਕੇ ਆਇਆ ਸੀ ਜਦ ਇਹ ਨੌਜਵਾਨ, ਤੇ ਸਤਿਗੁਰੂ ਮਹਾਰਾਜ ਨੇ ਜਦ ਉਹਦੇ ਮਖਮਲੀ ਹੱਥ ਵੇਖੇ ਕਿ ਇਹਨੇ ਕਦੀ ਕੰਮ ਕੀਤਾ ਹੀ ਨਹੀਂ, ਸਤਿਗੁਰਾਂ ਨੇ ਪੁੱਛਿਆ, ਕਹਿੰਦਾ ਮਹਾਰਾਜ ਨੌਕਰ ਚਾਕਰ ਬੜੇ ਨੇ, ਇਸ ਕਰਕੇ ਪਹਿਲੀ ਵਾਰ ਤੁਹਾਨੂੰ ਪਾਣੀ ਜਿਹੜਾ ਹੈ ਉਹ ਛਕਾਉਣ ਵਾਸਤੇ ਆਏ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਲ ਨਹੀਂ ਸੀ ਛਕਿਆ। ਸਤਿਗੁਰਾਂ ਨੇ ਆਖਿਆ ਸੀ ਜਿਹੜੇ ਹੱਥ ਕੰਮ ਨਹੀਂ ਕਰਦੇ, ਜਿਹੜੇ ਸੇਵਾ ਨਹੀਂ ਕਰਦੇ, ਬਿਨ ਸੇਵਾ ਧਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਜਿਹੜੇ ਸੇਵਾ ਸਿਮਰਨ ਦੇ ਵਿੱਚ ਨਹੀਂ ਲੱਗਦੇ, ਜਿਹੜੇ ਸੰਗਤ ਦੇ ਵਿੱਚ ਨਹੀਂ ਆਉਂਦੇ, ਅਸੀਂ ਉਹਨਾਂ ਦੇ ਕੋਲੋਂ ਜਲ ਨਹੀਂ ਛਕ ਸਕਦੇ। ਇਸ ਕਰਕੇ ਇਹ
ਭਾਵੇਂ ਜਿੰਨਾ ਮਰਜੀ ਜਵਾਨ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦਸਮ ਗ੍ਰੰਥ ਦੇ ਵਿੱਚ ਵੀ ਸਤਿਗੁਰਾਂ ਨੇ ਆਖਿਆ ਪੈਸਾ ਬਹੁਤ ਜ਼ਿਆਦਾ ਹੋਵੇ, ਜਵਾਨੀ ਹੋਵੇ ਤੇ ਰੂਪ ਵੀ ਬਹੁਤ ਜ਼ਿਆਦਾ ਹੋਵੇ ਤੇ ਫਿਰ ਕਹਿੰਦੇ ਨੇ ਪ੍ਰਮਾਤਮਾ ਹੀ ਕਿਰਪਾ ਕਰੇ ਤੇ ਉਹ ਗਲਤ ਕੰਮ ਕਰਨ ਤੋਂ ਬਚ ਸਕਦਾ, ਨਹੀਂ ਤੇ ਨਹੀਂ ਬਚ ਸਕਦਾ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਨੇ, ਇਹ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨ ਏ ਨਮਹਿ। ਜਿਹੜਾ ਅਚੁੱਤ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਅਡਿੱਗ ਕਹਿ ਲਈਏ, ਜਿਹੜਾ ਅਗਿੜ ਪ੍ਰਮਾਤਮਾ ਸਤਿਗੁਰੂ ਮਹਾਰਾਜ ਜੀ, ਉਹ ਅਕਾਲ ਪੁਰਖ ਵਾਹਿਗੁਰੂ ਜਾਂ ਸੰਤ ਸਰਨ ਨਾਨਕ ਭੋ ਭਗਵਾਨ ਇਹ ਨਵੇਂ ਸਾਧੂਆਂ ਸੰਤਾਂ ਮਹਾਂਪੁਰਖਾਂ ਦੀ ਸ਼ਰਨ ਦੇ ਵਿੱਚ, ਜਾਂ ਫਿਰ ਉਹ ਅਬਨਾਸੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਦੀ ਸ਼ਰਨ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਰਪਾ ਕਰ ਰਹੇ ਨੇ। ਅਸਲ ਵਿੱਚ ਜਿਹੜਾ ਹੈ ਮੁਕਤੀ, ਅਸਲ ਵਿੱਚ ਜਿਹੜਾ ਹੈ ਟਿਕਾਣਾ ਹੈ ਉੱਥੇ ਆ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਕਰੀਏ ਜਾਂ ਸੰਗਤ ਦੇ ਨਾਲ ਮਿਲ ਕੇ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਸਤ ਸੰਗਤ ਦੇ ਵਿੱਚ ਆ ਕੇ ਜਿਹੜਾ ਬੰਦਗੀ ਕਰਦਾ, ਭਜਨ ਕਰਦਾ, ਸਤਿਗੁਰੂ ਕਿਰਪਾ ਕਰ ਰਹੇ ਨੇ, ਉਸ ਦਾ ਹੀ ਜਿਹੜਾ ਪਾਰ ਉਤਾਰਾ ਹੁੰਦਾ। ਅਗਲਾ ਜਿਹੜਾ 12ਵਾਂ ਸ਼ਲੋਕ ਆ ਉਹਦੇ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਨੇ, ਜਨਮੰ ਤਾਂ ਮਰਨੰ। ਇਹ ਜਿਹੜਾ ਦੁੰਦਵਾਦ ਆ ਨਾ, ਦੋ ਸਾਰੇ ਗੁਣ ਨੇ, ਜਨਮੰ ਤਾਂ ਮਰਨੰ। ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਜਿਹੜਾ ਜਿਸ ਨੇ ਜਨਮ ਲਿਆ ਮਾਤਾ ਦੇ ਗਰਭ ਦੇ ਵਿੱਚੋਂ, ਉਸਨੇ ਅੰਤ ਨੂੰ ਮਰਨਾ ਨਹੀਂ ਆ। ਇਹ ਨਹੀਂ ਕਿ ਜਿਹੜਾ ਇੱਕ ਵਾਰ ਜੰਮ ਪਿਆ ਤੇ ਉਹ ਇੱਥੇ ਹੀ ਕਹਿ ਲਵੇ ਕਿ ਮੈਂ ਹੁਣ ਦੁਨੀਆ ਦੇ ਵਿੱਚ ਪੱਕਾ ਹੀ ਰਹਿਣਾ। ਇਹ ਤਾਂ ਉਹ ਅਕਾਲ ਪੁਰਖ ਆ ਜਿਨ੍ਹਾਂ ਵਾਸਤੇ ਆਪਾਂ ਕਹਿੰਦੇ ਹਾਂ ਕਿ ਅਜੂਨੀ ਸਾਇ ਭੰਗ, ਉਹ ਆਪਣੇ ਆਪ ਤੋਂ ਹੀ ਉਹਦਾ ਪ੍ਰਕਾਸ਼ ਹੋਇਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਆਪ ਹੀ ਆ, ਜਿਹੜਾ ਨਾ ਤੇ ਉਹ ਜਨਮ ਹੋਇਆ ਉਹਦਾ ਤੇ ਨਾ ਹੀ ਉਸਨੇ ਮਰਨਾ। ਬਾਕੀ ਦੁਨੀਆ ਦੇ ਵਿੱਚ ਜਿੰਨੇ ਵੀ 84 ਲੱਖ ਜੀਵ ਨੇ, ਜਿੰਨੀਆਂ ਵੀ ਜੂਨੀਆਂ ਨੇ, ਜਿੰਨੇ ਮਾਤਾ ਦੀ ਗਰਭ ਤੋਂ ਜਨਮ ਲਿਆ ਉਹਨੇ ਅੰਤ ਨੂੰ ਮਰਨਾ ਹੀ ਮਰਨਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਆ ਹੈ। ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਰਹਿਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਨਾਂਗੇ ਆਵਣ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸੀ ਸੋ ਕੀਜੈ। ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਜਿਸਨੇ ਜਨਮ ਲਿਆ, ਉਸਨੇ ਮਰਨਾ ਹੀ ਮਰਨਾ, ਕਿਉਂਕਿ ਇਹ ਜਿਹੜਾ ਜੀਵ ਆ, ਇਹਦੇ ਮਸਤਕ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖੇ ਨੇ। ਇੱਕ ਇੱਕ ਸਾਹ ਲਿਖ ਕੇ ਭੇਜਿਆ ਹੁੰਦਾ, ਇੱਕ ਇੱਕ ਸਾਹ ਜਿਹੜਾ, ਇੱਕ ਇੱਕ ਸਵਾਸ ਜਿਹੜਾ, ਉਹ ਸਾਡਾ ਕੀਮਤੀ ਆ। ਇਸੇ ਕਰਕੇ ਸਾਨੂੰ ਵਿਦਵਾਨ ਪੁਰਖ, ਸੰਤ ਮਹਾਤਮਾ, ਗੁਰੂ ਪਰਮੇਸ਼ਰ ਵਾਰ-ਵਾਰ ਇਹੀ ਸਮਝਾਉਂਦੇ ਨੇ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਇੱਕ ਸਵਾਸ ਗਰਾਸ ਜਿਹੜਾ ਸਾਡਾ, ਇਹ ਬਿਰਥਾ ਨਹੀਂ ਜਾਣਾ ਚਾਹੀਦਾ, ਕਿਉਂਕਿ ਜਿਹੜੀ ਸਾਨੂੰ ਸਵਾਸਾਂ ਦੀ ਪੂੰਜੀ ਮਿਲੀ ਆ, ਜੋ ਸਾਡੇ ਮਸਤਕ ਦੇ ਉੱਪਰ ਲਿਖਿਆ ਹੋਇਆ, ਉਹ ਹੀ ਜਿਹੜਾ ਹੈ ਉਹ ਸਾਨੂੰ ਮਿਲਣਾ, ਔਰ ਉਨੀ ਹੀ ਸਾਨੂੰ ਪੂੰਜੀ ਮਿਲਣੀ ਹੈ। ਸਤਿਗੁਰਾਂ ਦੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਪਾਂ ਪੜ੍ਹ ਕੇ ਆਏ ਹਾਂ, ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਸਭੇ ਜੇਰ ਕੀਨੇ ਬਲੀ ਕਾਲ ਹਾਥੰ। ਜਿਹੜਾ ਸਾਡੇ ਮਸਤਕ ਦੇ ਉੱਪਰ ਲਿਖਿਆ ਹੋਇਆ ਨਾ, ਉਹ ਜਿੰਨੀ ਸਾਡੀ ਜ਼ਿੰਦਗੀ ਲਿਖੀ ਆ, ਜਿੰਨੇ ਸਵਾਸ ਲਿਖੇ ਨੇ, ਓਨੇ ਅਸੀਂ ਭੋਗ ਕੇ ਸਭੇ ਜੇਰ ਕੀਨੇ ਬਲੀ ਕਾਲ ਹਾਥੰ, ਤੇ ਅੰਤ ਨੂੰ ਜਿਹੜਾ ਹੈ ਉਹ ਮਰਨਾ ਹੀ ਮਰਨਾ। ਸਤਿਗੁਰਾਂ ਦੇ ਹੋਰ ਬਚਨ, ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹਿਓ ਸਭ ਸੰਗ ਅਨੂਪ ਰੂਪ ਆਵਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀ ਮਸਤਕ ਦੀ ਸਾਡੀ ਕਲਮ ਆ, ਜਾਂ ਜਿਹੜੇ ਲੇਖ ਲਿਖੇ ਨੇ, ਇਹ ਕਦੇ ਵੀ ਟਲਦੇ ਨਹੀਂ। ਇਸ ਕਰਕੇ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ, ਜਿਸ ਨੇ ਜਨਮ ਲਿਆ, ਉਸਨੇ ਅੰਤ ਨੂੰ ਮਰਨਾ ਹੀ ਮਰਨਾ। ਇਹ ਦੁੰਦਵਾਦ ਆ, ਕਿਉਂਕਿ ਹਨੇਰਾ ਤੇ ਚਾਨਣ ਆ। ਇਸੇ ਤਰੀਕੇ ਨਾਲ ਅਮੀਰ ਆ ਤੇ ਗਰੀਬ ਆ, ਜਨਮਿਆ ਤੇ ਮਰਨਿਆ, ਹਰਖੰ ਤਾਂ ਸੋਗੰ। ਹਰਖ ਕਹਿੰਦੇ ਨੇ ਖੁਸ਼ੀ ਨੂੰ ਤੇ ਸੋਗ ਕਹਿੰਦੇ ਨੇ ਚਿੰਤਾ ਨੂੰ। ਇਸ ਕਰਕੇ ਇਹ ਤੇ ਕਦੀ ਉਹ ਹੋ ਨਹੀਂ ਸਕਦਾ ਕਿ ਸਾਰੀ ਜ਼ਿੰਦਗੀ ਜਿਹੜੀ ਅਸੀਂ ਖੁਸ਼ ਰਹੀਏ, ਸਾਨੂੰ ਕੋਈ ਸੋਗ, ਸਾਨੂੰ ਕੋਈ ਚਿੰਤਾ, ਸਾਨੂੰ ਕੋਈ ਜਿਹੜਾ ਐਸਾ ਵੈਸਾ ਬਚਨ ਜਿਹੜਾ ਉਹ ਨਾ ਆਵੇ। ਇਹ ਤੇ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆਉਂਦੀ ਤੇ ਕਈ ਵਾਰ ਗਮੀ ਆਉਂਦੀ ਆ, ਕਿਉਂਕਿ ਹਮੇਸ਼ਾ ਖੁਸ਼ ਉਹੀ ਰਹਿ ਸਕਦਾ ਜਿਹਨੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਪ੍ਰੀਤੀ ਲਾਈ ਆ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਇੱਕਮਿਕ ਹੋਇਆ, ਸਥਿਤ ਹੋਇਆ।
ਜਿਹੜੇ ਸੰਤ ਮਹਾਤਮਾ ਮਹਾਂਪੁਰਖ ਨੇ, ਜਿਹੜੇ ਤਤਵੇਤੇ ਨੇ, ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਸੰਤ ਨੇ, ਉਹ ਤਾਂ ਹਮੇਸ਼ਾ ਖੁਸ਼ ਰਹਿੰਦੇ ਨੇ। ਉਹਨਾਂ ਦੀ ਤਾਂ ਇੱਕ ਅਵਸਥਾ ਰਹਿੰਦੀ ਆ, ਅੱਗੇ ਆ ਕੇ ਸਹਿਸਕ੍ਰਿਤੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦੀਆਂ ਅਵਸਥਾ ਦੱਸਣਗੇ। ਜਿਹੜੇ ਮਹਾਂਪੁਰਖ ਨਾਮ ਜਪਣ ਵਾਲੇ ਨੇ ਉਹ ਹਮੇਸ਼ਾ ਖੁਸ਼ ਰਹਿੰਦੇ ਨੇ। ਪਰ ਜਿਹੜੇ ਅਸੀਂ ਦੁਨਿਆਵੀ ਲੋਕ ਆ, ਇੱਕ ਦਿਨ ਖੁਸ਼ੀ ਆਈ ਤੇ ਦੂਸਰੇ ਦਿਨ ਕਮੀ ਆ ਜਾਂਦੀ ਆ, ਕਿਉਂਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਤੇ ਜਦ ਮਾਇਆ ਆਈ ਤਬ ਗਰਭ ਕਰਤ ਹੈ, ਤੇ ਜਬ ਕਛ ਜਾਵਤ ਤਬ ਰੋਵਣ ਲਗਤ ਹੈ। ਜਦ ਕੋਈ ਚੀਜ਼ ਚਲੇ ਜਾਂਦੀ ਫਿਰ ਰੋਣ ਲੱਗਦਾ। ਇਸ ਕਰਕੇ ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਭੋਗੰ ਦੁਨੀਆ ਦੇ ਪਦਾਰਥ ਖਾਣੇ, ਭੋਗ ਭੋਗਣੇ ਜਾਂ ਕੁਝ ਛਕਣਾ ਛਕਾਉਣਾ। ਜਦ ਅਸੀਂ ਜ਼ਿਆਦਾ ਕੋਈ ਪਦਾਰਥਾਂ ਨੂੰ ਛਕਣ ਛਕਾਉਣ ਦੇ ਵਿੱਚ ਜਾਂ ਕੋਈ ਵੀ ਦੁਨੀਆ ਦੇ ਭੋਗ ਭੋਗਣ ਵਿੱਚ ਜ਼ਿਆਦਾ ਹੋ ਜਾਂਦੇ ਆ ਖਚਤ, ਤੇ ਫਿਰ ਉਹਦੇ ਵਿੱਚੋਂ ਰੋਗ ਵੀ ਪੈਦਾ ਹੁੰਦਾ। ਇਸ ਕਰਕੇ ਖਾਣਾ ਓਨਾ ਹੀ ਚਾਹੀਦਾ ਜਿੰਨਾ ਜਿਹਦੇ ਨਾਲ ਅਸੀਂ ਜਿਉਂਦੇ ਰਹਿ ਸਕੀਏ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਭੋਗੰ ਤਾਂ ਰੋਗੰ। ਜੇ ਅਸੀਂ ਦੁਨੀਆ ਦੇ ਭੋਗ ਭੋਗਦੇ ਹਾਂ, ਜੇ ਅਸੀਂ ਦੁਨੀਆ ਦੇ ਕੋਈ ਵੀ ਪਦਾਰਥ ਜ਼ਿਆਦਾ ਛਕਣ ਵਾਲੇ ਜਾਂ ਭੋਗਣ ਵਾਲੇ ਜਾਂ ਪਹਿਨਣ ਵਾਲੇ ਜਿਹੜੇ ਕੱਪੜੇ ਆ, ਜਦ ਅਸੀਂ ਜ਼ਿਆਦਾ ਹੀ ਇਹਨਾਂ ਦੇ ਵਿੱਚ ਵਿਅਸਤ ਹੋ ਜਾਂਦੇ ਫਿਰ ਰੋਗ ਪੈਦਾ ਹੋ ਜਾਂਦੇ। ਇਸ ਕਰਕੇ ਰੋਗ ਪੈਦਾ ਕਰਨੇ ਇਹ ਵੀ ਸਾਡੇ ਆਪਣੇ ਹੱਥ ਦੇ ਵਿੱਚ ਆ। ਅੱਗੇ ਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਊਚੰ ਤਾਂ ਨੀਚੰ। ਜੇ ਉੱਚੇ ਇੱਕ ਵਾਰੀ ਚੜ ਜਾਈਏ ਤੇ ਇਹ ਕਦੇ ਸੋਚਣਾ ਨਹੀਂ ਚਾਹੀਦਾ ਵੱਡਾ ਰੁਤਬਾ ਮਿਲ ਜਾਵੇ, ਕੋਈ ਅਹੁਦਾ ਮਿਲ ਜਾਵੇ, ਕੋਈ ਜਿਹੜਾ ਹੈ ਸਾਨੂੰ ਮਾਇਆ ਜ਼ਿਆਦਾ ਮਿਲ ਜਾਵੇ, ਮਕਾਨ ਵੱਡਾ ਹੋ ਜਾਵੇ ਜਾਂ ਜ਼ਮੀਨ ਜਾਇਦਾਦ ਜ਼ਿਆਦੀ ਹੋ ਜਾਵੇ। ਇਹਦੇ ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਊਚੰ ਤਾਂ ਨੀਚੰ। ਜੇ ਪ੍ਰਮਾਤਮਾ ਨੇ ਤੁਹਾਨੂੰ ਉੱਚਾ ਕੀਤਾ ਤੇ ਨੀਵਾਂ ਵੀ ਹੋ ਸਕਦਾ, ਕਿਉਂਕਿ ਪਤਾ ਨਹੀਂ ਲੱਗਦਾ। ਕਈ ਲੱਖਾਂ ਦੇ ਮਾਲਕ ਇੱਕ ਪਲ ਦੇ ਵਿੱਚ ਜਿਹੜਾ ਕੱਖਾਂ ਤੇ ਆ ਜਾਂਦੇ ਨੇ, ਹੜ੍ਹ ਆ ਜਾਂਦੇ ਨੇ, ਜਾਂ ਕੋਈ ਦੁਨੀਆ ਦੇ ਵਿੱਚ ਐਸੀਆਂ ਆਫਤਾਂ ਆ ਜਾਂਦੀਆਂ ਨੇ, ਜਿਹੜੇ ਕਰੋੜਪਤੀ ਹੁੰਦੇ ਨੇ ਇੱਕਦਮ ਸੜਕ ਤੇ ਆ ਜਾਂਦੇ ਨੇ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰ ਰਹੇ ਨੇ, ਊਚੰ ਤਾਂ ਨੀਚੰ। ਜੇ ਉੱਚੇ ਹੋਈਏ ਤੇ ਫਿਰ ਨੀਵੇਂ ਵੀ ਹੋ ਸਕੀਦਾ। ਨਾਨਾ ਸੋ ਮੂਚੰ। ਨਾਨਾ ਹੁੰਦਾ ਜਿਹੜਾ ਨਿੱਕਾ ਜਿਹਾ ਜਾਂ ਛੋਟਾ ਜਿਹਾ, ਜੋ ਵਿਚਾਰਾ ਗਰੀਬ ਹੋਵੇ ਜਾਂ ਛੋਟਾ ਹੋਵੇ ਜਾਂ ਜਿਹੜਾ ਹੈ ਉਹ ਬਿਲਕੁਲ ਜਿਹੜਾ ਹੈ ਉਹ ਗਰੀਬੜਾ ਜਿਹਾ ਹੋਵੇ, ਉਹਨੂੰ ਵਡੱਪਣ ਵੀ ਆ ਜਾਂਦਾ। ਇਸ ਕਰਕੇ ਜਿਹੜੇ ਰਾਜੇ ਮਹਾਰਾਜੇ ਨੇ ਉਹ ਕੰਗਾਲ ਵੀ ਹੋ ਸਕਦੇ ਨੇ, ਜਾਂ ਫਿਰ ਜਿਹੜੇ ਕੰਗਾਲ ਨੇ ਉਹ ਰਾਜੇ ਮਹਾਰਾਜੇ ਵੀ ਬਣ ਸਕਦੇ ਨੇ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਸਤਿਗੁਰਾਂ ਦੇ ਬਚਨ ਆਉਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾ ਰਹੇ ਨੇ, ਰਾਜੰ ਤਾਂ ਮਾਨੰ, ਅਭਿਮਾਨੰ ਤਾਂ ਹੀਨੰ। ਰਾਜ ਜਿਹੜੇ ਰਾਜ ਭਾਗ ਜਿਹੜੇ ਰਾਜੇ ਮਹਾਰਾਜੇ ਬਣ ਜਾਂਦੇ ਨੇ ਤੇ ਫਿਰ ਹੰਕਾਰ ਆ ਜਾਂਦਾ। ਰਾਜੰ ਤਾਂ ਮਾਨੰ। ਤਪੋਂ ਰਾਜ ਤੇ ਰਾਜੋਂ ਨਰਕ, ਇਹ ਆਪਾਂ ਆਮ ਹੀ ਕਈ ਵਾਰ ਸੁਣਦੇ ਆ ਮਹਾਂਪੁਰਖਾਂ ਦੇ ਕੋਲੋਂ, ਸਾਧੂਆਂ ਸੰਤਾਂ ਦੇ ਕੋਲੋਂ। ਇਸ ਕਰਕੇ ਰਾਜੰ ਤਾਂ ਮਾਨੰ। ਜਦ ਕੋਈ ਰਾਜ ਆ ਜਾਂਦਾ, ਜਦ ਕੋਈ ਦੁਨੀਆ ਦਾ ਰਾਜਾ ਬਣ ਜਾਂਦਾ, ਕੋਈ ਅਹੁਦਾ ਆ ਜਾਂਦਾ, ਫਿਰ ਮਾਣ ਆ ਜਾਂਦਾ। ਅਭਿਮਾਨੰ ਤਾਂ ਹੀਨੰ। ਜਦੋਂ ਅਭਿਮਾਨ ਆ ਜਾਂਦਾ, ਜਦ ਹੰਕਾਰ ਆ ਜਾਂਦਾ, ਫਿਰ ਹੀਨੰ ਤੇ ਨਿਰਾਦਰੀ ਵੀ ਹੋ ਸਕਦੀ ਆ। ਇਸ ਕਰਕੇ ਜੇ ਰਾਜੇ ਬਣੇ ਆ ਤੇ ਭਿਖਾਰੀ ਵੀ ਬਣ ਸਕਦੇ ਆ, ਭਿਖਾਰੀ ਤੇ ਰਾਜ ਕਰਾਵੇ ਰਾਜੇ ਤੇ ਭਿਖਾਰੀ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ। ਅਭਿਮਾਨੰ ਤਾਂ ਹੀਨੰ। ਜਿੱਥੇ ਅਭਿਮਾਨ, ਜਿੱਥੇ ਹੰਕਾਰ ਆ, ਉੱਥੇ ਨਿਰਾਦਰੀ ਵੀ ਹੋ ਸਕਦੀ ਹੈ। ਪਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਪਰਵਿਰਤ ਜਿਹੜਾ ਮਾਰਗੰ ਭਾਵ ਕਿ ਦੁਨੀਆ ਵਿੱਚ ਪਰਵਿੱਤਰ ਹੋਣ ਦਾ, ਪਰਵਿਰਤ ਹੋਣ ਦਾ ਜਿਹੜਾ ਰਸਤਾ ਵਾ, ਮਾਰਗੰ ਰਸਤਾ। ਇਸ ਕਰਕੇ ਦੁਨੀਆ ਦੇ ਵਿੱਚ ਪਰਵਿਰਤ ਹੋਣ ਦਾ, ਵਰਤੰਤ ਵਿਨਾਸ਼ਨੰ, ਵਰਤਦਿਆਂ ਹੋਇਆਂ ਅੰਤ ਨੂੰ ਜਿਹੜਾ ਉਹ ਨਾਸ਼ ਹੀ ਹੁੰਦਾ। ਭਾਵ ਕਿ ਦੁਨੀਆ 'ਚ ਜਿੰਨੇ ਜ਼ਿਆਦਾ ਪਰਵਿਰਤ ਹੁੰਦੇ ਜਾਈਏ, ਓਨਾ ਹੀ ਜ਼ਿਆਦਾ ਜਿਹੜਾ ਹੈ ਦੁਨੀਆ ਦੇ ਪਦਾਰਥਾਂ ਦੇ ਨਾਲ, ਮੋਹ ਮਾਇਆ ਦੇ ਨਾਲ ਜਿੰਨਾ ਜ਼ਿਆਦਾ ਮੋਹ ਕਰੀਏ, ਓਨਾ ਹੀ ਜਿਹੜਾ ਹੈ ਉਹ ਪਰਮਾਤਮਾ ਤੋਂ ਅਸੀਂ ਦੂਰ ਹੁੰਦੇ ਜਾਂਦੇ ਹਾਂ। ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ, ਨਾਨਕ ਭਗਵੰਤ ਭਜਨਾਸਨੰ। ਉਹ ਅਕਾਲ ਪੁਰਖ ਵਾਹਿਗੁਰੂ ਗੋ ਪ੍ਰਿਥਵੀ ਬਿੰਦ ਉਹਨੂੰ ਸਹਾਰਾ ਦੇਣ, ਉਸ ਨੂੰ ਜਿਹੜਾ ਹੈ ਪ੍ਰਿਥਵੀ ਨੂੰ ਜਿਹੜਾ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਉਸ ਨੂੰ ਸਹਾਰਾ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਗੋਬਿੰਦ।
ਭਜਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਿਹੜਾ ਭਜਨ ਸਾਧ ਸੰਗੇਣ ਆਸਥਿਰੰ ਸਤ ਸੰਗਤ ਦੇ ਵਿੱਚ ਇੱਥੇ ਹੀ ਅਸਥਿਤ ਰਹਿੰਦਾ। ਨਾਨਕ ਭਗਵੰਤ ਭਜਨਾਸਨੰ, ਉਹ ਅਕਾਲ ਪੁਰਖ ਵਾਹਿਗੁਰੂ ਉਹਦੇ ਭਗਵਾਨ ਦੇ ਭਜਨ ਦੇ ਵਿੱਚ ਜਿਹੜਾ ਹੈ ਉਹ ਆਪਣੀ ਜਿੰਦ ਨੂੰ ਜਿਹੜਾ ਹੈ ਉਹਦੇ ਨਾਲ ਕਰ ਦੇਣਾ ਚਾਹੀਦਾ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਉਹਦੀ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਸੋ ਅੱਜ ਵੀ ਥੋੜਾ ਜਿਹਾ ਦਾਸ ਜਲਦੀ ਚ ਸਮਾਪਤੀ ਦੀ ਸੋਚ ਰਿਹਾ, ਪਰ ਅਜੇ 2 ਸ਼ਲੋਕ ਹੋਏ ਨੇ। ਜਿੰਨਾ ਆਪਾਂ ਜਲਦੀ ਕਰਦੇ ਆ ਉਨਾ ਹੀ ਜਿਹੜਾ ਹੈ ਉਹ ਸਮਾਂ ਵੱਧ ਲੱਗਦਾ। ਸੋ ਅੱਧਾ ਘੰਟਾ ਤਾਂ